एक बार फिर तो बहुत बहुत स्वागत ਤੁਹਾਡਾ ਸਾਰਿਆਂ ਦਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਤਾਂ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ ਜਿਸ ਤਰ੍ਹਾਂ ਕਿ ਕੱਲ ਐਸਐਸਟੀ ਦਾ ਪੇਪਰ ਹੈ ਤਾਂ ਏਐਸ ਸਮਾਜਿਕ ਸਿੱਖਿਆ ਕਲਾਸ ਵੱਲੋਂ ਰਿਵੀਜ਼ਨ ਦੇ ਲਈ ਤੁਹਾਡੇ ਲਈ ਮਟੀਰੀਅਲ ਭੇਜਿਆ ਜਾ ਰਿਹਾ। ਇਸ ਦੀ ਰਿਵੀਜ਼ਨ ਕਰੋ ਔਰ ਨੰਬਰ ਤੁਹਾਡੇ 35+ ਨੰਬਰ ਆਉਣਗੇ ਜੀ। ਵੀਡੀਓ ਨੂੰ ਧਿਆਨ ਨਾਲ ਦੇਖੋ, ਬਹੁਤ ਅੱਛੇ ਤਰੀਕੇ ਨਾਲ ਜੀ 2-3 ਵਾਰ ਰਿਵੀਜ਼ਨ ਲੈ ਲਓ ਤੁਸੀਂ। ਮਾਰਨਿੰਗ ਜਾਂਦੇ ਸਮੇਂ ਇੱਕ ਵਾਰ ਰਿਵੀਜ਼ਨ ਲਾਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ। ਪਹਿਲਾ ਲੈਸਨ ਹੈਗਾ ਜਿਸ ਤਰ੍ਹਾਂ ਸੰਸਾਰ ਦੀ ਲਗਭਗ 85% ਭੋਜਨ ਪਦਾਰਥ ਕਿਹੜੇ ਸਾਧਨਾਂ ਤੇ ਨਿਰਭਰ ਹੈ। ਤਾਂ ਆਪਸ਼ਨ ਨਾਲ ਟਿਕ ਕੀਤੇ ਹੋਏ ਆ, ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈਗਾ ਜੀ। ਜੀਵ ਅਤੇ ਨਿਰਜੀਵ ਸਾਧਨ। ਸੰਸਾਰ ਦਾ ਲਗਭਗ 85% ਭੋਜਨ ਕਿਹੜੇ ਸਾਧਨਾਂ ਤੇ ਨਿਰਭਰ ਹੈ? ਜੀਵ ਅਤੇ ਨਿਰਜੀਵ ਸਾਧਨਾਂ ਦੇ। ਪ੍ਰਸ਼ਨ ਨੰਬਰ 2 ਹੈ ਕੁਦਰਤ ਜਾਂ ਮਨੁੱਖ ਦੁਆਰਾ ਬਣਾਏ ਗਏ ਅਜਿਹੇ ਅਰਥਵਾਨ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਨੂੰ ਕਿਹਾ ਜਾਂਦਾ ਹੈ? ਸਾਧਨ ਕਿਹਾ ਜਾਂਦਾ ਹੈ। ਤਾਂ ਬਿਲਕੁਲ ਠੀਕ ਹੈ ਜੀ, ਉਹਨਾਂ ਨੂੰ ਸਾਧਨ ਕਿਹਾ ਜਾਂਦਾ ਹੈ। ਤਾਂ ਕੁਐਸਚਨ ਕੁਛ ਇਸ ਤਰੀਕੇ ਦੇ ਰਹਿਣ ਵਾਲੇ ਹੈਗੇ ਆ, ਮਲਟੀਪਲ ਚੁਆਇਸ ਕੁਐਸਚਨ ਨੂੰ ਬੜੇ ਹੀ ਧਿਆਨ ਨਾਲ ਪੜ੍ਹਨਾ ਫਿਰ ਆਨਸਰ ਟਿਕ ਕਰਨਾ ਹੈ। ਹੇਠ ਲਿਖਿਆ ਵਿੱਚੋਂ ਗੈਰ ਕੁਦਰਤੀ ਸਾਧਨ ਕਿਹੜਾ ਹੈ? ਜੰਗਲ, ਦਰਿਆ, ਮਸ਼ੀਨਰੀ ਜਾਂ ਖਣਿਜ ਪਦਾਰਥ। ਤਾਂ ਸਾਰਿਆਂ ਨੂੰ ਹੀ ਇਸ ਦਾ ਆਨਸਰ ਪਤਾ ਹੋਏਗਾ ਕਿ ਜਿਹੜੀ ਮਸ਼ੀਨਰੀ ਹੈ ਇਹਦੇ ਵਿੱਚ ਉਹ ਕੀ ਹੈ? ਗੈਰ ਕੁਦਰਤੀ ਸਾਧਨ ਹੈ। ਉਹ ਇੱਕ ਕੀ ਆ? ਮਨੁੱਖੀ ਸਾਧਨ ਹੈ। ਠੀਕ ਹੈ ਜੀ। ਤਾਂ ਗੈਰ ਕੁਦਰਤੀ ਸਾਧਨ ਦੇ ਵਿੱਚ ਰੋਂਗ ਆਪਸ਼ਨ ਹੋਏਗਾ। ਕੁਦਰਤੀ ਸਾਧਨ ਜੋ ਸਾਨੂੰ ਕੁਦਰਤ ਵੱਲੋਂ ਪ੍ਰਵਾਨ ਕੀਤੇ ਗਏ ਆ ਔਰ ਮਨੁੱਖੀ ਸਾਧਨ ਜੋ ਮਨੁੱਖ ਦੁਆਰਾ ਖੁਦ ਕ੍ਰੀਏਟ ਕੀਤੇ ਗਏ ਆ। ਕਨਵਰ ਸੇਨ ਨੇ ਆਪਣੇ ਸਮਾਜਿਕ ਅਤੇ ਵਿਗਿਆਨ ਦੇ ਅਧਿਆਪਕ ਗੁਪਤਾ ਸਰ ਤੋਂ ਪੁੱਛਿਆ ਕਿ ਜਿਹੜੇ ਸਾਧਨ ਦੇ ਵਿਕਾਸ ਨਾਲ ਬਾਕੀ ਸਾਰੇ ਸਾਧਨਾਂ ਦਾ ਵਿਕਾਸ ਨਿਰਭਰ ਕਰਦਾ ਹੈ, ਉਹਨਾਂ ਦੇ ਉੱਤਰ ਦਿੱਤਾ। ਕਿਹੜੇ ਸਾਧਨ ਦੇ ਨਾਲ ਬਾਕੀ ਸਾਰੇ ਸਾਧਨਾਂ ਦਾ ਵਿਕਾਸ ਨਿਰਭਰ ਕਰਦਾ ਹੈ? ਤਾਂ ਇਹ ਸਾਨੂੰ ਸਾਰਿਆਂ ਨੂੰ ਇਸ ਦਾ ਆਨਸਰ ਪਤਾ ਹੋਣਾ ਚਾਹੀਦਾ। ਇਸ ਦਾ ਰਾਈਟ ਆਨਸਰ ਹੈਗਾ ਮਨੁੱਖੀ ਸਾਧਨ, ਜਿਹਦੇ ਵਿਕਾਸ ਦੇ ਨਾਲ ਬਾਕੀ ਸਾਰੇ ਸਾਧਨਾਂ ਦਾ ਕੀ ਹੈ? ਵਿਕਾਸ ਨਿਰਭਰ ਕਰਦਾ ਹੈ। ਗੁਰਕਮਲ ਨੇ ਆਪਣੇ ਦੋਸਤ ਮਨਦੀਪ ਤੋਂ ਪੁੱਛਿਆ ਕਿ ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਹਾਲੇ ਕੋਈ ਵਰਤੋਂ ਨਹੀਂ ਹੋ ਰਹੀ ਨੂੰ ਕਿਹੜੇ ਸਾਧਨ ਕਿਹਾ ਜਾਂਦਾ ਹੈ? ਮਨਦੀਪ ਨੇ ਜਵਾਬ ਦਿੱਤਾ ਸੁਭਾਵਿਕ ਸਾਧਨ। ਯਾਨੀ ਕਿ ਕੁਝ ਸਾਧਨ ਸਾਡੇ ਕੋਲੇ ਮੌਜੂਦ ਆ, ਉਹਨਾਂ ਦੀ ਅਸੀਂ ਉਵੇਂ ਵਰਤੋਂ ਨਹੀਂ ਕਰ ਸਕਦੇ, ਪਰ ਇੱਕ ਗੱਲ ਇਹ ਵੀ ਨਾਲ ਪੱਕੀ ਹੁੰਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਵਰਤੋਂ ਕੀਤੀ ਜਾ ਸਕਦੀ। ਤਾਂ ਅਜਿਹੇ ਸਾਧਨਾਂ ਨੂੰ ਕੀ ਕਿਹਾ ਜਾਂਦਾ ਹੈ? ਸੰਭਾਵਿਤ ਸਾਧਨ। ਹੇਠ ਲਿਖਿਆ ਵਿੱਚੋਂ ਮੁੱਕਣਯੋਗ ਸਾਧਨ ਕਿਹੜੇ ਹਨ? ਸੂਰਜ ਦੀ ਰੋਸ਼ਨੀ, ਹਵਾ, ਪਾਣੀ। ਤਾਂ ਪੈਟਰੋਲੀਅਮ ਇਸ ਦਾ ਸਹੀ ਆਨਸਰ ਰਹੇਗਾ। ਪੈਟਰੋਲੀਅਮ ਇੱਕ ਕੀ ਆ? ਮੁੱਕਣਯੋਗ ਸਾਧਨ ਹੈ। ਤਾਂ ਇਸੇ ਤਰ੍ਹਾਂ ਤੁਸੀਂ ਲਗਾਤਾਰ ਇਸ ਦੀ ਰਿਵੀਜ਼ਨ ਕਰਦੇ ਰਹਿਣਾ। ਬਹੁਤ ਹੀ ਅੱਛੇ ਕੁਐਸਚਨ ਹੈ। ਗੁਰਪਿੰਦਰ ਦਾ ਚਾਚਾ ਅਜਿਹੇ ਦੇਸ਼ ਵਿੱਚ ਰਹਿੰਦਾ ਹੈ ਜਿਸ ਨੇ ਬਾਕੀ ਸਾਧਨਾਂ ਦੀ ਘਾਟ ਹੁੰਦਿਆਂ ਹੋਇਆ ਵੀ ਮਨੁੱਖੀ ਸਾਧਨ ਕਰਕੇ ਬਹੁਤ ਤਰੱਕੀ ਕੀਤੀ ਹੈ। ਕੀ ਤੁਸੀਂ ਇਸ ਦੇਸ਼ ਦਾ ਨਾਂ ਦੱਸ ਸਕਦੇ ਹੋ? ਤਾਂ ਜਾਪਾਨ ਹੈ ਜੀ ਉਸ ਦੇਸ਼ ਦਾ ਨਾਂ, ਜਿਸ ਨੇ ਕਿ ਬਾਕੀ ਸਾਰੇ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਮਨੁੱਖੀ ਸਾਧਨ ਹੋਣ ਕਰਕੇ ਬਹੁਤ ਤਰੱਕੀ ਕੀਤੀ ਹੈ। ਉਸ ਦੇਸ਼ ਦਾ ਨਾਮ ਹੈ ਜਾਪਾਨ। ਰਾਜਵੀਰ ਘਰ ਬੈਠੀ ਇੰਟਰਨੈਟ ਤੇ ਸਰਚ ਕਰ ਰਹੀ ਸੀ ਤਾਂ ਧਰਤੀ ਦੇ ਕਿੰਨੇ ਪ੍ਰਤੀਸ਼ਤ ਜੀਵ ਸਮੁੰਦਰਾਂ ਤੋਂ ਉਤਪੰਨ ਹੋਏ ਹਨ? ਉਸ ਨੂੰ ਸਹੀ ਜਵਾਬ ਮਿਲਿਆ 75% ਜੀਵ ਆ ਜਿਹੜੇ ਸਮੁੰਦਰਾਂ ਤੋਂ ਉਤਪੰਨ ਹੋਏ ਹਨ। ਮਿੱਟੀ, ਮੂਲ ਚਟਾਨ ਦੇ ਟੁੱਟਣ ਭੱਜਣ, ਵਾਯੂ, ਜਲਵਾਯੂ, ਜੀਵਾਂ ਤੇ ਰੁੱਖਾਂ ਦੇ ਗਲਣ ਸੜਨ ਆਦਿ ਤੱਤਾਂ ਤੇ ਅਸਰ ਕਾਰਨ ਬਣਦੀ ਹੈ। ਤਾਂ ਇਹ ਬਿਲਕੁਲ ਠੀਕ ਆ ਜੀ। ਮਿੱਟੀ ਹੈ ਜਿਹੜੀ ਮੂਲ ਚਟਾਨ ਦੇ ਟੁੱਟਣ ਭੱਜਣ, ਜਲਵਾਯੂ, ਜੀਵਾਂ ਤੇ ਰੁੱਖਾਂ ਦੇ ਗਲਣ ਸੜਨ ਦੇ ਆਦਿ ਤੱਤਾਂ ਦੇ ਅਸਰ ਨਾਲ ਹੀ ਬਣਦੀ ਹੈ। ਪੈਟਰੋਲੀਅਮ, ਕੋਲਾ, ਅਬਰਕ, ਮੈਗਜ਼ੀਨ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ? ਤਾਂ ਇਹ ਅਧਾਤੂ ਖਣਿਜ ਪਦਾਰਥ ਹਨ। ਠੀਕ ਹੈ ਜੀ। ਪੈਟਰੋਲੀਅਮ, ਕੋਲਾ, ਅਬਰਕ, ਮੈਗਨੀਜ਼ ਇਹ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ? ਅਧਾਤੂ ਖਣਿਜ ਪਦਾਰਥ ਹਨ। ਅਸੀਂ ਅਜਿਹੇ ਕੁਦਰਤੀ ਪਦਾਰਥ ਹਾਂ ਜੋ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੋਏ ਹਾਂ ਅਤੇ ਧਰਤੀ ਵਿੱਚੋਂ ਨਿਕਲਦੇ ਹਾਂ। ਬੁੱਝੋ ਖਾਂ ਭਲਾ ਅਸੀਂ ਕੌਣ ਹਾਂ? ਇਹ ਹੈ ਜੀ ਖਣਿਜ ਪਦਾਰਥ ਜਿਹੜੇ ਕਿ ਇੱਕ ਜਾਂ ਵੱਧ ਤੱਤਾਂ ਤੋਂ ਬਣੇ ਹੁੰਦੇ ਆ, ਧਰਤੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਆ, ਉਹਨਾਂ ਨੂੰ ਅਸੀਂ ਬੋਲਦੇ ਹਾਂ ਖਣਿਜ ਪਦਾਰਥ। ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ। ਬਿਲਕੁਲ ਸਹੀ ਹੈ ਜੀ, ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ। ਡੈਸ਼ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਸਿੱਪੀਆਂ, ਹੀਰੇ, ਜ਼ਵਾਰਾਤ ਆਦਿ ਦਿੰਦੇ ਨੇ। ਤਾਂ ਸਮੁੰਦਰ ਆ ਜਿਹੜੇ ਇਹ ਸਾਰੀ ਸਮੱਗਰੀ ਜਿਹੜੀ ਜੋ ਵੀ ਪਦਾਰਥ ਦੱਸੇ ਗਏ ਸਮੁੰਦਰ ਦੇ ਵਿੱਚੋਂ ਮਿਲਦੇ ਹਨ। ਸਾਧਨਾਂ ਨੂੰ ਜੀਵਨ ਹੋਂਦ, ਨਿਰੰਤਰ ਉਪਲਬਧੀ, ਵਿਕਾਸ ਪੱਧਰ ਅਤੇ ਦੁਰਵਰਤੋਂ ਦੇ ਆਧਾਰ ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ? ਤਾਂ 6 ਕਿਸਮਾਂ ਦੇ ਵਿੱਚ ਵੰਡਿਆ ਗਿਆ ਸਾਧਨਾਂ ਨੂੰ ਤੁਹਾਡੇ ਇਸ ਚੈਪਟਰ ਦੇ ਵਿੱਚ। ਠੀਕ ਹੈ ਜੀ। ਲੋਹਾ, ਤਾਂਬਾ, ਚਾਂਦੀ, ਸੋਨਾ, ਐਲੂਮੀਨੀਅਮ ਆਦਿ ਕਿਹੜੇ ਖਣਿਜ ਪਦਾਰਥ ਹਨ? ਤੇ ਇਹ ਧਾਤੂ ਖਣਿਜ ਪਦਾਰਥ ਹਨ। ਤਾਂ 2 ਪ੍ਰਕਾਰ ਦੇ ਖਣਿਜ ਪਦਾਰਥ ਦਾ ਜ਼ਿਕਰ ਹੋਇਆ, ਅਧਾਤੂ ਤੇ ਧਾਤੂ, ਤੇ ਤੁਸੀਂ ਧਿਆਨ ਵਿੱਚ ਰੱਖਣਾ ਹੈ। ਦੂਸਰਾ ਚੈਪਟਰ ਨੰਬਰ ਹੈ ਜੀ ਕੁਦਰਤੀ ਸਾਧਨ। ਭਾਰਤ ਦਾ ਲਗਭਗ ਕਿੰਨੇ ਪ੍ਰਤੀਸ਼ਤ ਹਿੱਸਾ ਪਰਬਤੀ ਹੈ? ਤਾਂ 30% ਹਿੱਸਾ ਜਿਹੜਾ ਭਾਰਤ ਦਾ ਉਹ ਪਰਬਤੀ ਹੈ। ਭੂਮੀ, ਪਾਣੀ, ਮਿੱਟੀ, ਬਨਸਪਤੀ ਅਤੇ ਖਣਿਜ ਪਦਾਰਥ ਆਦਿ ਦੇ ਰੂਪ ਵਿੱਚ ਮਿਲੇ ਕੁਦਰਤੀ ਖਜ਼ਾਨਿਆਂ ਦਾ ਨਾਂ ਦਿੱਤਾ ਗਿਆ। ਕਿਹੜਾ? ਕੁਦਰਤੀ ਸਾਧਨਾਂ ਦਾ ਨਾਮ ਦਿੱਤਾ ਗਿਆ ਜਿਹੜੇ ਕਿ ਸਾਨੂੰ ਕੁਦਰਤ ਵੱਲੋਂ ਮਿਲੇ ਆ। ਹੇਠ ਲਿਖਿਆਂ ਵਿੱਚੋਂ ਕਿਹੜਾ ਤਲਾਤਰੀ ਰੂਪ ਨਹੀਂ ਹੈ? ਸਮੁੰਦਰ ਆ ਜਿਹੜਾ ਉਹ ਤਲਾਤਰੀ ਰੂਪ ਨਹੀਂ ਹੈ। ਬੜਾ ਹੀ ਆਸਾਨੀ ਨਾਲ ਕੁਐਸਚਨ ਦੇਖਿਆ ਜਾ ਸਕਦਾ ਹੈ। ਭਾਰਤ ਦਾ ਖੇਤਰਫਲ 32,87,782 ਵਰਗ ਕਿਲੋਮੀਟਰ ਹੈ। ਬਿਲਕੁਲ ਸਹੀ ਹੈ ਜੀ। 32,87,782 ਵਰਗ ਕਿਲੋਮੀਟਰ ਆਨਸਰ ਸਹੀ ਹੈ। ਭਾਰਤ ਦੇ ਕੁੱਲ ਖੇਤਰਫਲ ਦਾ ਡੈਸ਼ ਭਾਗ ਮੈਦਾਨੀ ਹੈ। ਤਾਂ 43% ਭਾਗ ਜਿਹੜਾ ਹੈ ਮੋਸਟ ਇੰਪੋਰਟੈਂਟ ਹੈ, ਕੁਐਸਚਨ ਅਕਸਰ ਹੀ ਆ ਜਾਂਦਾ ਜੀ। 43% ਹਿੱਸਾ ਜਿਹੜਾ ਉਹ ਮੈਦਾਨੀ ਭਾਗ ਹੈ।
ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਹਿੱਸੇ ਜੰਗਲਾਂ ਦੇ ਹੇਠ ਹੈ ਤਾਂ 22.2% ਜਿਹੜਾ ਹਿੱਸਾ ਉਹ ਜੰਗਲਾਂ ਦੇ ਹੇਠ ਆਉਂਦਾ ਹੈ। ਵੈਸੇ ਇੱਥੇ 29.2 ਵਾਲਾ ਆਨਸਰ ਵੀ ਕਾਫੀ ਵਾਰ ਟਿਕ ਹੋ ਚੁੱਕਿਆ ਹੈ, ਬਟ ਤੁਸੀਂ ਆਪਣੀ ਬੁੱਕ ਦੇ ਮੁਤਾਬਕ 22.2 ਵਾਲਾ ਹਿੱਸਾ ਹੀ ਟਿਕ ਕਰਕੇ ਆਉਣਾ ਹੈ। ਭਾਰਤ ਵਿੱਚ ਬਿਜਾਈ ਹੇਠ ਭੂਮੀ ਕੁੱਲ ਰਕਬੇ ਦਾ ਕਿੰਨੇ ਪ੍ਰਤੀਸ਼ਤ ਹਿੱਸਾ 46% ਹਿੱਸਾ 46% ਹਿੱਸਾ ਜਿਹੜਾ ਬਿਜਾਈ ਹੇਠ ਭੂਮੀ ਹੈ। ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮ੍ਹਾਂ ਕੀਤੀ ਹੋਈ ਮਿੱਟੀ ਨੂੰ ਕੀ ਕਹਿੰਦੇ ਹਨ ਤਾਂ ਕਾਲੀ ਮਿੱਟੀ, ਲਾਲ ਮਿੱਟੀ, ਇਹ ਜਲੋੜੀ ਮਿੱਟੀ ਹੈ। ਤਾਂ ਮਿੱਟੀਆਂ ਦੇ ਨਾਲ ਸੰਬੰਧਿਤ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਮੈਪ ਵੀ ਆਵੇਗਾ ਮਿੱਟੀਆਂ ਨਾਲ ਸੰਬੰਧਿਤ, ਇਸ ਕਰਕੇ ਮਿੱਟੀਆਂ ਨਾਲ ਸੰਬੰਧਿਤ ਮੈਪ ਜ਼ਰੂਰ ਕਰਕੇ ਜਾਣਾ ਕਿ ਕਾਲੀ ਮਿੱਟੀ ਕਿੱਥੇ ਮਿਲਦੀ ਹੈ, ਲਾਲ ਕਿੱਥੇ ਮਿਲਦੀ ਹੈ, ਜਲੋੜੀ ਮਿੱਟੀ ਕਿੱਥੇ ਮਿਲਦੀ ਹੈ, ਲੈਟਰਾਈਟ ਮਿੱਟੀ ਕਿੱਥੇ ਮਿਲਦੀ ਹੈ, ਪਰਬਤੀ ਮਿੱਟੀ ਕਿੱਥੇ ਮਿਲਦੀ ਹੈ, ਸਾਰਾ ਸਾਨੂੰ ਪਤਾ ਹੋਣਾ ਚਾਹੀਦਾ ਹੈ। ਚੂਨਾ, ਮੈਗਨੀਸ਼ੀਅਮ, ਫਾਸਫੇਟਸ, ਨਾਈਟ੍ਰੋਜਨ ਅਤੇ ਜੈਵਿਕ ਮਾਦਾ ਆਦਿ ਤੱਤਾਂ ਦੀ ਘਾਟ ਕਿਸ ਮਿੱਟੀ ਵਿੱਚ ਹੁੰਦੀ ਹੈ? ਲਾਲ ਮਿੱਟੀ ਦੇ ਵਿੱਚ ਇਹਨਾਂ ਦੀ ਘਾਟ ਹੁੰਦੀ ਹੈ ਜੀ। ਕਿਹੜੀ ਮਿੱਟੀ ਉੱਤੇ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ? ਉੱਚ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ, ਲੈਟਰਾਈਟ ਮਿੱਟੀ ਹੈ ਜੀ। ਕਿਹੜੇ ਪੰਛੀ ਵੱਡੀ ਗਿਣਤੀ ਵਿੱਚ ਸਰਦੀਆਂ ਦੇ ਮੌਸਮ ਵਿੱਚ ਸਾਈਬੇਰੀਆ ਅਤੇ ਚੀਨ ਵਿੱਚ ਤੋਂ ਭਾਰਤ ਆਉਂਦੇ ਹਨ ਤਾਂ ਪ੍ਰਵਾਸੀ ਪੰਛੀ ਕਿਹਾ ਜਾਂਦਾ। ਜਿਹੜੇ ਪੰਛੀ ਇਸ ਤਰ੍ਹਾਂ ਜਿਹੜੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਆਉਂਦੇ ਉਹਨਾਂ ਨੂੰ ਪ੍ਰਵਾਸੀ ਪੰਛੀ ਕਹਿੰਦੇ ਨੇ। ਗੌਤਮ ਆਪਣੇ ਦੋਸਤ ਨੂੰ ਯੋਗੇਸ਼ ਨੂੰ ਆਪਣੇ ਖੇਤ ਦਿਖਾਉਂਦਿਆਂ ਦੱਸਿਆ ਕਿ ਉਸ ਦੀ ਭੂਮੀ ਦੇ ਖੇਤੀ ਤਾਂ ਕੀਤੀ ਜਾ ਸਕਦੀ ਹੈ, ਪਰੰਤੂ ਇਸ ਨੂੰ 1 ਤੋਂ 5 ਸਾਲ ਦੇ ਲੰਬੇ ਸਮੇਂ ਲਈ ਖਾਲੀ ਛੱਡ ਦਿੱਤਾ ਜਾਂਦਾ ਹੈ ਤਾਂ ਇਹ ਭੂਮੀ ਆਪਣੀ ਗਵਾਚੀ ਹੋਈ ਸ਼ਕਤੀ ਦੁਬਾਰਾ ਗ੍ਰਹਿਣ ਕਰ ਸਕੇ। ਗੌਤਮ ਕੋਲ ਕਿਸ ਤਰ੍ਹਾਂ ਦੀ ਭੂਮੀ ਹੈ ਤਾਂ ਇਹ ਖੇਤੀਯੋਗ परंतु व्यर्थ भूमि है। खेती योग्यता है परंतु व्यर्थ भूमि की कैटेगरी में आती है। मिट्टी नवणियाउण योग और जैविक साधन है। हाँ जी बिल्कुल सही है जी, मिट्टी नवणियाउण योग और जैविक साधन है। साडे देश अंदर सब तो ज़्यादा मात्रा किहड़ी मिट्टी की पाई जाती है? जलोड़ी मिट्टी की मात्रा सब तो वध पाई जाती है। एक बार फिर दस दिए मिट्टियां नाल संबंधित तुहानूं मैप जरूर आएगा। जंगली जीवां लई भारती बोर्ड की स्थापना कदों ही? 1952 ईस्वी दे विच जिहड़ी जंगली जीवां की भारती बोर्ड की जिहड़ी जंगली जीवां दे लई भारती बोर्ड की स्थापना की गई सी। किस मिट्टी विच पानी नूं समाई रखण की समर्था बहुत घट हुंदी है? मारूथली मिट्टी दे विच समाई रखण की पानी समाई रखण की जिहड़ी समर्था बहुत घट हुंदी है जी। गंगा ब्रह्मपुत्र डेल्टा नूं सुंदरबन डेल्टा क्यों कहते हैं? सुंदरी नां दे दरख्त होण का ज़्यादा होने करके इसनूं एक सुंदरी नां दा दरख्त है, इस करके इहनूं सुंदरबन डेल्टा भी कहा जाता है। दक्षिणी भारत के पश्चिमी तट बंगाल के आसाम के पूर्व उत्तर पूर्व में किस प्रकार की वनस्पति पाई जाती है? सदाबहार वनस्पति पाई जाती है, क्योंकि ज़्यादातर ਜਿਹੜੇ ਹੈਗੇ ਆ ਤੱਟੀ ਪ੍ਰਦੇਸ਼ ਹੁੰਦੇ ਆ ਉੱਥੇ ਸਦਾਬਹਾਰ ਵਨਸਪਤੀ ਹੀ ਮਿਲਦੀ ਹੈ। ਹੁਣ ਤੱਕ ਦੇਸ਼ ਵਿੱਚ ਕਿੰਨੇ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਹਨ? 104 ਕੌਮੀ ਪਾਰਕ ਅਤੇ 551 ਜੰਗਲੀ ਜੀਵ ਪਨਾਹਗਾਹਾਂ। ਇਸ ਦਾ ਆਨਸਰ ਸਹੀ ਰਹੇਗਾ, 104 ਕੌਮੀ ਪਾਰਕ ਅਤੇ 551 ਜੰਗਲੀ ਜੀਵ ਪਨਾਹਗਾਹਾਂ। ਭਾਰਤ ਵਿੱਚ ਕਿੰਨੇ ਕਿਸਮ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ? 6 ਕਿਸਮ ਦੀਆਂ ਮਿੱਟੀਆਂ ਜਿਹੜੀਆਂ ਭਾਰਤ ਵਿੱਚ ਪਾਈਆਂ ਜਾਂਦੀਆਂ। ਤਾਂ ਜਿਸ ਤਰ੍ਹਾਂ ਕਈ ਵਾਰ ਕਨਫਿਊਜ਼ ਹੁੰਦੇ ਆ ਬੱਚੇ ਕਿ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸਾਨੂੰ ਜਿਹੜਾ ਮੈਪ ਆਏਗਾ, ਤਾਂ ਮੈਪ ਇਸ ਤਰੀਕੇ ਨਾਲ ਆਏਗਾ। ਦੇਖ ਲਓ ਕਿ ਭਾਰਤ ਦੇ ਨਕਸ਼ੇ ਵਿੱਚ ਦਿਖਾਏ ਗਏ ਖੇਤਰ ਵਿੱਚ ਕਿਹੜਾ ਖਣਿਜ पदार्थ मिलता है। तो तुसी इस तरह तुहानूं मैप भरिया होएगा, ऑप्शन टिक करने होने देख के किहड़ा खनिज। हुण सिंह भूम दे विच तुहानूं की मिलता है तुसी दसना है। कच्चा लोहा मिलता है, तांबा मिलता है, सोना मिलता है, एक अते दो दोवें, यानी कि इत्थे कच्चा लोहा अते तांबा मिलता है। इसका सही आंसर 4 हो जाएगा। कच्चा लोहा भी मिलता है, तांबा भी मिलता है। तो इस तरह जो तीसरा लैसन है वो तुहाडे नाल मैप नाल संबंधित होएगा, उसनूं बड़े अच्छे तरीके नाल करके आना। भारत के नक्शे में दिखाए गए खेतर नूं देख के दसो कि किहड़ा खनिज पदार्थ मिलता है? मैगनीज। ठीक है, रत्नागिरी तो सानू की मिलता है? मैगनीज मिलता है। इस तरह भारत के मिलने वाले खनिज पदार्थ कितों मिलते हैं, किहड़े-किहड़े तो तुसीं सारा पढ़ के जाना अच्छी तरह। संसार का सब तो वध सोना पैदा करने वाला देश किहड़ा है? दक्षिणी अफ्रीका। कोले दीयां 4 किस्मां चों सब तो वधिया किस्म किहड़ी है? एंथ्रेसाइट। एंथ्रेसाइट सब तो वधिया उत्तम किस्म है। असीं कुदरती पदार्थ हाँ, ਅਸੀਂ ਉਹ ਕੁਦਰਤੀ ਪਦਾਰਥ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੋਏ ਹਾਂ ਅਤੇ ਧਰਤੀ ਵਿੱਚੋਂ ਨਿਕਲਦੇ ਹਨ ਖਣਿਜ ਪਦਾਰਥ। ਪਹਿਲਾਂ ਵੀ ਕੁਐਸਚਨ ਰਿਪੀਟ ਹੋ ਚੁੱਕਾ ਹੈ। ਕੱਚਾ ਲੋਹਾ ਧਰਤੀ ਦੀ ਸਭ ਤੋਂ ਉੱਪਰੀ ਤਹਿ ਦਾ ਡੈਸ਼ ਪ੍ਰਤੀਸ਼ਤ ਹੈ? 5% ਹੈ ਕੱਚਾ ਲੋਹਾ। ਹੇਠ ਲਿਖਿਆਂ ਵਿੱਚੋਂ ਕਿਹੜਾ ਖਣਿਜ ਪਦਾਰਥ ਲੋਹੇ ਦੇ ਸਟੀਲ ਬਣਾਉਣ ਦੇ ਕੰਮ ਆਉਂਦਾ ਹੈ? ਮੈਗਨੀਜ਼। ਮੇਰੀ ਵਰਤੋਂ ਬਲੀਚਿੰਗ ਪਾਊਡਰ, ਕੀੜੇ ਮਾਰ ਦਵਾਈਆਂ, ਪੇਟ ਬੈਟਰੀਜ਼ ਆਦਿ ਵਿੱਚ ਕੀਤੀ ਜਾਂਦੀ, ਦੱਸੋ ਮੈਂ ਕੌਣ ਹੈ? ਮੈਗਨੀਜ਼। ਹੇਠ ਲਿਖਿਆਂ ਵਿੱਚੋਂ ਕਿਹੜੀ ਕੱਚੀ ਧਾਤੂ ਐਲੂਮੀਨੀਅਮ ਬਣਾਇਆ ਜਾਂਦਾ ਹੈ? ਬਾਕਸਾਈਟ। ठीक है जी, बाक्साइट तो जो एलूमीनीयम बनाया जाता है। हेठ लिखिया विचों किहड़ा अधातु खनिज पदार्थ है? अबरख। ठीक है, धातु चंगी तरह पढ़ना, इन्हें नाल संबंधित 2-4 क्वेश्चन पक्का आउणगे। सब तो वड्डा यूरेनियम पैदा करने वाला देश किहड़ा है? USA। हेठ लिखिया विचों किहड़ा साधन ऊर्जा के रवायती साधन विच शामिल नहीं है? पौण शक्ति। हेठ लिखिया विचों किहड़ा साधन ऊर्जा के नवे साधन विच शामिल नहीं है? बिजली। ठीक है जी, पुराने जिहड़े साधन हैगे आ नवे साधनों के शामिल नहीं है, बिजली पुराना साधन है। खनिज तेल पैदा करने वाले खेतर
ਅੰਕਲੇਸ਼ਵਰ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ? ਤੇ ਗੁਜਰਾਤ ਦੇ ਵਿੱਚ ਜਿਹੜਾ ਅੰਕਲੇਸ਼ਵਰ ਜਿਹੜਾ ਹੈਗਾ ਗੁਜਰਾਤ ਵਿੱਚ ਸਥਿਤ ਹੈ ਜੀ। ਨਾਗਾਰਜੁਨ ਸਾਗਰ ਡੈਮ ਭਾਰਤ ਦੇ ਕਿਹੜੇ ਰਾਜ ਵਿੱਚ ਸਥਿਤ ਹੈ? ਤੇ ਇਹ ਕਰਨਾਟਕ ਦੇ ਵਿੱਚ ਹੈ ਨਾਗਾਰਜੁਨ ਸਾਗਰ ਡੈਮ। ਤਾਂ ਜਿਓਗ੍ਰਾਫੀ ਦੇ ਵਿੱਚ ਤੁਹਾਨੂੰ ਦੱਸ ਦਈਏ ਫਸਟ 3 ਲੈਸਨਾਂ ਦੇ ਵਿੱਚ ਤੁਹਾਨੂੰ 12 ਨੰਬਰ ਦਾ ਪੇਪਰ ਆ ਰਿਹਾ, ਯਾਨੀ ਕਿ ਹਰੇਕ ਚੈਪਟਰ ਦੇ ਵਿੱਚੋਂ 4 ਕੁਐਸਚਨ ਪੁੱਛੇ ਜਾਣੇ ਆ, 2 ਕੁਐਸਚਨ ਮੈਪ ਨਾਲ ਸੰਬੰਧਿਤ ਹੋਣਗੇ। ਤਾਂ ਤੁਸੀਂ ਜਿਓਗ੍ਰਾਫੀ ਦੇ ਤਿੰਨੋਂ ਚੈਪਟਰ ਦੀ ਅੱਛੀ ਤਰ੍ਹਾਂ ਤਿਆਰੀ ਕਰੋ ਤਾਂ ਕਿ ਤੁਹਾਡੇ 12 ਨੰਬਰ ਪੱਕੇ ਹੋ ਜਾਣ। ਇਸੇ ਤਰ੍ਹਾਂ ਸਿਵਿਲਸ ਦੇ 3 ਲੈਸਨਾਂ ਦੇ ਵਿੱਚੋਂ ਤੁਹਾਨੂੰ 12 ਨੰਬਰ ਦਾ ਪੇਪਰ ਆਣਾ, ਯਾਨੀ ਕਿ 12 ਤੇ 12 24। ਔਰ ਹਿਸਟਰੀ ਦੀ ਗੱਲ ਕਰੀਏ ਤਾਂ 4 ਨੰਬਰ ਦਾ ਪੇਪਰ ਆ ਜਾਣਾ ਸਾਨੂੰ ਸਿਰਫ 1857 ਯਾਨੀ ਕਿ 1857 ਦੇ ਵਿਦਰੋਹ ਵਾਲੇ ਲੈਸਨ ਵਿੱਚੋਂ ਆਣਾ, ਯਾਨੀ ਕਿ 7 ਚੈਪਟਰ ਦੇ ਵਿੱਚੋਂ ਤੁਸੀਂ ਅੱਛੀ ਤਰੀਕੇ ਨਾਲ ਤਿਆਰੀ ਕਰੋ ਤਾਂ 28 ਨੰਬਰ ਦਾ ਜਿਹੜਾ 28 ਨੰਬਰ ਦਾ ਤੁਹਾਨੂੰ ਪੇਪਰ ਆਣਾ ਹੈਗਾ ਸਿਰਫ 7 ਚੈਪਟਰ ਦੇ ਵਿੱਚੋਂ। ਠੀਕ ਹੈ, 7 ਚੈਪਟਰ ਦੀ ਅੱਛੀ ਤਰ੍ਹਾਂ ਰਿਵੀਜ਼ਨ ਕਰ ਲਓ, ਤੁਹਾਨੂੰ 28 ਨੰਬਰ ਦਾ ਜਿਹੜਾ ਪੇਪਰ ਉਹਦੇ ਵਿੱਚੋਂ ਆਣਾ ਹੈਗਾ। ਬਾਕੀ ਦੇ 6 ਚੈਪਟਰ ਆ ਜਿਹੜੇ, ਹੁਣ ਦੇਖੋ ਇੱਕ ਪਾਸੇ ਤੁਹਾਨੂੰ 6 ਚੈਪਟਰ ਦੇ ਵਿੱਚੋਂ 12 ਨੰਬਰ ਦਾ ਪੇਪਰ ਆ ਰਿਹਾ, ਦੂਸਰੇ ਪਾਸੇ ਤੁਹਾਨੂੰ 7 ਚੈਪਟਰ ਦੇ ਵਿੱਚੋਂ 28 ਨੰਬਰ ਦਾ ਪੇਪਰ ਆ ਰਿਹਾ। ਤਾਂ ਬੈਟਰ ਦੈਨ ਕਿ ਤੁਸੀਂ ਪਹਿਲਾਂ ਜਿਹੜਾ 28 ਨੰਬਰ ਦਾ ਪੇਪਰ ਜਿਸ ਚੈਪਟਰ 'ਚੋਂ ਆ ਰਿਹਾ ਉਹਨਾਂ ਚੈਪਟਰਾਂ ਦੀ ਅੱਛੀ ਤਰ੍ਹਾਂ ਰਿਵੀਜ਼ਨ ਕਰ ਲਓ। ਓਕੇ ਜੀ, ਅਗਲੀ ਵੀਡੀਓ ਤੱਕ ਇਸ ਵੀਡੀਓ ਨੂੰ ਦੇਖੋ, ਅਭਿਆਸ ਕਰੋ, ਲਗਾਤਾਰ ਅਭਿਆਸ ਕਰਦੇ ਰਹੋ। ਤਾਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ, ਵਧੀਆ ਤਰੀਕੇ ਨਾਲ ਪੇਪਰ ਕਰਨਾ। ਅੱਗੇ ਤੋਂ ਅੱਗੇ ਵੀਡੀਓ ਨੂੰ ਜ਼ਰੂਰ ਪਹੁੰਚਦਾ ਕਰੋ, ਕਿਉਂਕਿ ਕਿਸੇ ਕੋਲ ਮਟੀਰੀਅਲ ਨਹੀਂ ਹੈ ਬੱਚਿਆਂ ਦੇ ਕੋਲ ਤਾਂ ਇਸ ਨੂੰ ਪੜ੍ਹ ਕੇ ਆਪਣਾ ਕੱਲ੍ਹ ਦਾ ਪੇਪਰ ਬੜਾ ਵਧੀਆ ਕਰ ਸਕਣ। ਧੰਨਵਾਦ ਜੀ।